ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਗੋਦ, ਉਸ ਦੇ ਸੋਹਣੇ ਨਿਰਾਲੇ ਤੇ ਮਹਿਕ ਭਰੇ ਦੀਵਾਨ, ਉਸ ਚੋਜੀ ਦੀਆਂ ਕੁਝ ਨਿੱਕੀਆਂ ਆਵਾਜ਼ਾਂ ਜੋ ਸਾਡੇ ਹਿਰਦੇ ਨੂੰ ਹਰ ਵੇਲੇ ਵਿਲੂੰਦਰ ਰਹੀਆਂ ਹਨ, ਆਵਾਜ਼ਾਂ ਦੇ ਰਹੀਆਂ ਹਨ। ਹਰ ਸ਼ਬਦ, ਹਰ ਦੁੱਖ, ਹਰ ਸਲੋਕ ਕਹਿ ਰਿਹਾ ਹੈ, ਐ ਬੰਦੇ ਤੂੰ ਆ, ਇਸ ਸੁੰਦਰ ਤੇ ਸੁਨਹਿਰੇ ਬਾਪ ਦੇ ਵਿਹੜੇ ਵਿੱਚ ਆ, ਉਹਦੇ ਨਿੱਘ ਦਾ ਆਨੰਦ ਮਾਣ। ਤੂੰ ਦੁਨੀਆ ਦੇ ਜਿਨ੍ਹਾਂ ਦੁੱਖਾਂ ਤੋਂ ਦੁਖੀ ਹੋ ਰਿਹਾ ਹੈ, ਜੋ ਚਿਤਨੀ ਤੇਰੇ ਮਨ ਨੂੰ ਲੱਗੀ ਹੋਈ ਹੈ, ਆ ਇਸ ਵਿਹੜੇ ਦੇ ਵਿੱਚ ਆ। ਮੈਂ ਤੈਨੂੰ ਉਹ ਨਿੱਘ ਦੇਵਾਂ, ਮੈਂ ਤੈਨੂੰ ਉਹ ਪਿਆਰ ਦੇਵਾਂ ਕਿ ਤੂੰ ਸਭ ਕੁਝ ਭੁੱਲ ਕੇ ਮੇਰੇ ਚਰਨਾਂ ਦੇ ਵਿੱਚ ਆ ਜਾਵੇਂ, ਮੇਰੀ ਗਲਵੱਕੜੀ ਦੇ ਵਿੱਚ ਆ ਜਾਵੇਂ। ਉਹ ਬਾਪ ਤੇ ਹਰ ਵੇਲੇ ਬਾਹਾਂ ਖਿਲਾਰ ਕੇ ਖੜਾ ਹੈ, ਪਰ ਅਸੀਂ ਹੀ ਉਸ ਤੱਕ ਜਾਣ ਤੋਂ ਪਤਾ ਨਹੀਂ ਕਿਉਂ ਕਤਰਾਉਂਦੇ ਹਾਂ। ਗੁਰੂ ਸਾਹਿਬ 27ਵੀਂ ਪੌੜੀ ਦੇ ਵਿੱਚ ਕੀ ਫਰਮਾਨ ਕਰਦੇ ਹਨ? ਅੱਜ ਉਸ ਦਾ ਦੂਸਰਾ ਪਾਠ ਹੈ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗਾਥਾ, ਉਸ ਪਰਮਾਤਮਾ ਦੇ ਦਰਦ ਦੀ ਸਮਝ ਦੇ ਲਈ ਦੁਨਿਆਵੀ ਉਦਾਹਰਨਾਂ ਕਈ ਵਾਰੀ ਜ਼ਰੂਰੀ ਹੁੰਦੀਆਂ ਹਨ, ਕਿਉਂਕਿ ਅਸੀਂ ਉਸ ਰਸਤੇ ਵੱਲ ਜਾ ਰਹੇ ਹਾਂ। ਜਪਜੀ ਸਾਹਿਬ ਦੀ ਬਾਣੀ ਇਹੀ ਫਰਮਾਨ ਕਰ ਰਹੀ ਹੈ ਕਿ ਉਸ ਰਸਤੇ ਤੇ ਤੂੰ ਕਿਸ ਤਰ੍ਹਾਂ ਜਾਣਾ ਹੈ। ਤੇਰੀ ਮੰਜ਼ਿਲ ਉਹ ਪਰਿਪੂਰਨ ਪਰਮਾਤਮਾ ਹੈ, ਔਰ ਇਸ ਮੰਜ਼ਿਲ ਤੇ ਤੂੰ ਕਿਸ ਤਰ੍ਹਾਂ ਜਾਣਾ ਹੈ, ਉਸੇ ਹੀ ਰਸਤੇ ਦਾ ਰਾਹ ਜਪਜੀ ਸਾਹਿਬ ਦੀ ਬਾਣੀ ਦੱਸਦੀ ਹੈ। ਇੱਕ ਵਾਰ ਇੱਕ ਕਾਰਪੈਂਟਰ ਸੀ, ਉਸਨੇ ਬਹੁਤ ਸਾਲ 35-40 ਸਾਲ ਉਹਨੇ ਕਿਸੇ ਫਰਮ ਦੇ ਵਿੱਚ ਕੰਮ ਕੀਤਾ, ਮਾਲਕ ਦੇ ਨਾਲ ਬੜੀ ਬਣੀ ਹੋਈ ਸੀ। ਹੁਣ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਉਹਦੇ ਦਿਮਾਗ ਦੇ ਵਿੱਚ ਆਇਆ ਕਿ ਜੋ ਜ਼ਿੰਦਗੀ ਬਾਕੀ ਬਚੀ ਹੈ, ਮੈਂ ਆਪਣੇ ਪਰਿਵਾਰ ਦੇ ਵਿੱਚ ਗੁਜ਼ਾਰਾਂ। ਉਹ ਸੁਬਾਹ ਉੱਠਿਆ ਹੈ, ਉੱਠ ਕੇ ਰੋਜ਼ ਦੀ ਤਰ੍ਹਾਂ ਉਸ ਫਰਮ ਦੇ ਵਿੱਚ ਗਿਆ ਹੈ, ਮਾਲਕ ਦੇ ਕੋਲ ਗਿਆ ਹੈ ਤੇ ਉਸਨੇ ਅੱਗੇ ਹੱਥ ਜੋੜ ਕੇ ਕਹਿੰਦਾ ਹੈ ਕਿ ਮੈਂ ਇਤਨੇ ਸਾਲ ਤੇਰੀ ਸੇਵਾ ਕੀਤੀ ਹੈ ਤੇ ਕੰਮ ਕੀਤਾ, ਪਰ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਰਿਟਾਇਰਮੈਂਟ ਲੈ ਲਵਾਂ। ਮੇਰਾ ਹੁਣ ਦਿਲ ਨਹੀਂ ਕਰਦਾ, ਮੈਂ ਆਪਣੇ ਪਰਿਵਾਰ ਦੇ ਨਾਲ ਜੀਵਨ ਬਿਤਾਉਣਾ ਚਾਹੁੰਦਾ ਹਾਂ। ਉਸ ਮਾਲਕ ਨੇ ਕਿਹਾ, ਠੀਕ ਹੈ, ਤੇਰੀ ਮਰਜ਼ੀ ਹੈ, ਪਰ ਮੇਰੀ ਇੱਕ ਬੇਨਤੀ ਹੈ ਕਿ ਜਾਣ ਤੋਂ ਪਹਿਲਾਂ ਤੂੰ ਇੱਕ ਘਰ ਤਿਆਰ ਕਰਨਾ ਹੈ। ਉਹ ਲਾਸਟ ਹੋਵੇਗਾ, ਉਸ ਤੋਂ ਬਾਅਦ ਤੂੰ ਕੰਮ ਤੇ ਨਹੀਂ ਆਉਣਾ, ਉਸ ਤੋਂ ਬਾਅਦ ਤੇਰੀ ਰਿਟਾਇਰਮੈਂਟ ਹੈ। ਹੁਣ ਉਸ ਕਾਰਪੈਂਟਰ ਦਾ ਮਨ ਨਹੀਂ ਸੀ, ਕਿਉਂਕਿ ਉਹ ਰਿਟਾਇਰਮੈਂਟ ਲੈਣੀ ਚਾਹੁੰਦਾ ਸੀ। ਉਸਨੇ ਜੋ ਨਕਸ਼ਾ ਬਣਾਇਆ ਘਰ ਦਾ ਉਹ ਵੀ ਸਹੀ ਨਹੀਂ, ਕਿਉਂਕਿ ਮਨ ਧਿਆਨ ਨਹੀਂ ਸੀ ਹੈ। ਘਰ ਬਣਾਇਆ, ਛੇਤੀ ਘਰ ਉਸਨੇ ਸੰਪੂਰਨ ਕੀਤਾ ਕਿ ਕਿਸੇ ਤਰ੍ਹਾਂ ਇਹ ਘਰ ਬਣ ਜਾਵੇ ਤੇ ਮੈਂ ਰਿਟਾਇਰਮੈਂਟ ਲੈ ਲਵਾਂ। ਉਸਨੇ ਬੜੀ ਹੀ ਜਲਦੀ ਕਰਕੇ ਜੋ ਉਹ ਮਕਾਨ ਬਣਾ ਦਿੱਤਾ ਤਾਂ ਕਿ ਮੈਂ ਰਿਟਾਇਰਮੈਂਟ ਲੈ ਲਵਾਂ। ਉਹਦਾ ਬਿਲਕੁਲ ਵਿੱਚ ਧਿਆਨ ਨਹੀਂ ਸੀ, ਉਹਨੇ ਕੋਈ ਵੀ ਇੱਟ ਕਿਸੇ ਵਿਉਂਤ ਦੇ ਨਾਲ ਨਹੀਂ ਲਾਈ ਸੀ। ਹੁਣ ਜਦੋਂ ਉਹ ਮਾਲਕ ਦੇ ਕੋਲ ਗਿਆ ਤੇ ਉਸਨੂੰ ਕਿਹਾ ਕਿ ਉਹ ਤੇਰਾ ਘਰ ਜੋ ਹੈ ਉਹ ਪੂਰਾ ਹੋ ਗਿਆ ਹੈ, ਹੁਣ ਮੈਂ ਰਿਟਾਇਰਮੈਂਟ ਲਈ ਜਾ ਸਕਦਾ ਹਾਂ। ਉਸ ਮਾਲਕ ਨੇ ਕਿਹਾ, ਹਾਂ ਤੂੰ ਜਾ ਸਕਦਾ ਹੈ। ਉਸਨੇ ਆਪਣੀ ਦਰਾਜ ਖੋਲੀ, ਉਹਦੇ ਵਿੱਚੋਂ ਚਾਬੀਆਂ ਕੱਢੀਆਂ ਤੇ ਕਿਹਾ, ਤੂੰ ਇਤਨੇ ਸਾਲ ਮੇਰੀ ਸੇਵਾ ਕੀਤੀ ਹੈ, ਮੇਰਾ ਕੁਝ ਫਰਜ਼ ਬਣਦਾ ਹੈ ਕਿ ਮੈਂ ਤੈਨੂੰ ਕੁਝ ਦੇਵਾਂ। ਉਸਨੇ ਜਿਹੜਾ ਲਾਸਟ ਦੇ ਵਿੱਚ ਘਰ ਬਣਿਆ ਸੀ, ਉਹਦੀਆਂ ਹੀ ਚਾਬੀਆਂ ਉਸ ਕਾਰਪੈਂਟਰ ਦੇ ਹੱਥ ਵਿੱਚ ਫੜਾ ਦਿੱਤੀਆਂ। ਕਹਿਣ ਲੱਗਾ ਕਿ ਇਹ ਘਰ ਜੋ ਹੈ ਇਹ ਤੇਰੇ ਲਈ ਹੀ ਬਣਾਇਆ ਹੈ। ਉਹ ਇਨਸਾਨ ਸਿਰ ਫੜ ਕੇ ਬਹਿ ਗਿਆ, ਕਾਸ਼ ਮੈਨੂੰ ਪਤਾ ਹੁੰਦਾ ਤੇ ਮੈਂ ਉਸ ਘਰ ਨੂੰ ਕਿੰਨੀ ਪ੍ਰੀਤ ਦੇ ਨਾਲ ਬਣਾਉਂਦਾ। ਸਾਡੇ ਜੀਵਨ ਦਾ ਵੀ ਇਹ ਹਾਲ ਹੈ।
ਅਸੀਂ ਕਰਮਾਂ ਦੀ ਜੋ ਇੱਕ ਇੱਕ ਇੱਟ ਰੱਖਦੇ ਹਾਂ ਉਹ ਬੇਧਿਆਨੇ ਰੱਖਦੇ ਹਾਂ। ਸਾਡਾ ਧਿਆਨ ਨਹੀਂ ਹੁੰਦਾ ਇਸ ਜੀਵਨ ਨੂੰ ਕਿਸ ਤਰੀਕੇ ਨਾਲ ਜਿਉਣਾ ਹੈ। ਅਸੀਂ ਕਰਮ ਕਰਦੇ ਹਾਂ ਪਰ ਉਸ ਦੀਆਂ ਇੱਟਾਂ ਉਸੇ ਹੀ ਮਿਸਤਰੀ ਦੀ ਤਰ੍ਹਾਂ ਟੇਢੀਆਂ ਮੇਢੀਆਂ ਹਨ। ਤੇ ਜਦੋਂ ਇਹ ਕਰਮਾਂ ਦਾ ਘਰ ਬਣ ਕੇ ਤਿਆਰ ਹੋ ਜਾਂਦਾ ਹੈ, ਅਸੀਂ ਉਸੇ ਬੁਢਾਪੇ ਦੀ ਉਮਰ ਦੇ ਵਿੱਚ ਆਉਂਦੇ ਹਾਂ, ਫਿਰ ਸਾਡਾ ਦਿਲ ਜੋ ਹੈ ਉਸ ਘਰ ਦੇ ਵਿੱਚ ਰਹਿਣ ਨੂੰ ਨਹੀਂ ਕਰਦਾ। ਇਹ ਜੋ ਮਕਾਨ ਜੋ ਅਸੀਂ ਬਣਾਉਂਦੇ ਹਾਂ ਕਰਮਾਂ ਦਾ, ਇਹ ਆਪਣੇ ਲਈ ਹੀ ਹੈ। ਇਸ ਲਈ ਹਰ ਇੱਟ ਇਤਨੇ ਧਿਆਨ ਨਾਲ ਰੱਖੋ, ਹਰ ਸ਼ਬਦ ਇਤਨੇ ਧਿਆਨ ਨਾਲ ਬੋਲੋ, ਹਰ ਕਰਮ ਇਤਨੇ ਧਿਆਨ ਨਾਲ ਕਰੋ ਕਿ ਕਿਤੇ ਅਸੀਂ ਆਪਣੇ ਹੀ ਬਣਾਏ ਘਰ ਦੇ ਵਿੱਚ ਨਾ ਰਹਿਣ ਲਈ ਮਜਬੂਰ ਨਾ ਹੋ ਜਾਈਏ। ਇਸ ਲਈ ਉਸ ਪਿਤਾ ਦੀ ਬਾਣੀ, ਉਸ ਗੁਰੂ ਦਾ ਨਾਮ ਜੋ ਹੈ, ਉਸ ਨੂੰ ਹਮੇਸ਼ਾ ਹਿਰਦੇ ਦੇ ਵਿੱਚ ਵਸਾਉਣਾ ਔਰ ਹਰ ਪਲ ਉਸ ਦਾ ਧਿਆਨ ਰੱਖਣਾ ਕਿ ਸਾਡੇ ਕਰਮਾਂ ਦੀ ਨੀਂਹ ਕਿਤੇ ਵਿੰਗੀ ਨਾ ਹੋ ਜਾਵੇ। ਆਓ ਗੁਰੂ ਸਾਹਿਬ ਕੀ ਫਰਮਾਨ ਕਰਦੇ ਹਨ 27ਵੀਂ ਪੌੜੀ ਦੇ ਵਿੱਚ। ਸਭ ਤੋਂ ਪਹਿਲਾਂ ਬਾਣੀ ਸਰਵਣ ਕਰਦੇ ਹਾਂ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੁਮਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੀਤੇ ਵਾਵਣ ਹਾਰੇ। ਕੀਤੇ ਰਾਗ ਪਰੀ ਸਿਉ ਕਹੀਨ, ਕੀਤੇ ਗਾਵਣ ਹਾਰੇ। ਗਾਵੇ ਤੋਨੋ ਪਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੇ ਇੰਦੇ ਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਣੀਆਂ ਮਨ ਮੋਹਨ, ਸੁਰਗਾ ਮਚ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ। ਸੋਈ ਤੁਧ ਨੂੰ ਗਾਵੇ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਮ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤ ਸਾਹ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਉਸ ਪਿਤਾ ਦੇ ਦਰ ਦੀ ਗੱਲ ਕੀਤੀ ਹੈ। ਸੋ ਦਰ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸਮਾਲੇ। ਉਹ ਕਿਹੜਾ ਦਰ ਹੈ ਜਿੱਥੇ ਉਹ ਪਰਿਪੂਰਨ ਪਰਮਾਤਮਾ ਬੈਠ ਕੇ ਸਾਰੇ ਹੀ ਜੀਵਾਂ ਨੂੰ ਸੰਭਾਲਦਾ ਹੈ। ਉਹ ਘਰ ਜੋ ਹੈ ਉਹ ਕੈਸਾ ਹੈ, ਉਸ ਦੀ ਖੋਜ ਜੋ ਹੈ ਉਹ ਇਨਸਾਨ ਕਰਦਾ ਹੈ। ਪਰ ਉਹ ਪਿਤਾ ਜੀ ਉਸ ਦਰ ਦੀ ਜੋ ਸਿਫਤ ਸਲਾਹ ਦੱਸਦੇ ਹਨ,
ਉਹ ਕਿਸ ਤਰ੍ਹਾਂ ਦੀ ਹੈ। ਸੋ ਦਰ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸੰਭਾਲੈ। ਮਨੁੱਖ ਦਾ ਉਸ ਤੋਂ ਅੱਗੇ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਗੁਰੂ ਸਾਹਿਬ ਜੀ ਨੇ ਨਾਦ ਦੀ ਗੱਲ ਕੀਤੀ ਹੈ। ਨਾਦ ਕੀ ਹੈ? ਆਵਾਜ਼, ਸ਼ਬਦ ਜੋ ਇੱਕ ਤੋਂ ਦੂਸਰੇ ਤੱਕ ਜਾਂਦਾ ਹੈ, ਜਿਸ ਦੇ ਨਾਲ ਅਸੀਂ ਹਿਰਦੇ ਦੀਆਂ, ਦਿਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਾਂ, ਉਹ ਹੈ ਨਾਦ। ਨਾਦ ਹੀ ਹੈ ਜੋ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ, ਜਿਸ ਦੇ ਨਾਲ ਅਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ। ਮਨੁੱਖ ਦਾ ਜੀਵਨ ਜੋ ਹੈ ਉਹ ਬਹੁਪੱਖੀ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਉਸ ਨੂੰ ਕਹਿਣ ਵਾਲੇ ਬਹੁਤ ਸਾਰੇ ਹਨ। ਮਨੁੱਖ ਦਾ ਜੀਵਨ ਜੋ ਹੈ ਉਹ ਬਹੁਪੱਖੀ ਹੈ। ਜੇ ਕੋਈ ਮਨੁੱਖ ਆਪਣੇ ਜੀਵਨ ਨੂੰ ਇੱਕ ਪੱਖ ਤੋਂ ਠੀਕ ਕਰਦਾ ਹੈ ਤੇ ਉਸ ਦਾ ਦੂਸਰਾ ਪੱਖ ਜੋ ਵਿਗੜ ਜਾਂਦਾ ਹੈ, ਤਾਂ ਵੀ ਜੋ ਜੀਵਨ ਹੈ ਉਹ ਸੰਤੁਲਨ ਦੇ ਵਿੱਚ ਨਹੀਂ ਆਉਂਦਾ, ਮਰਿਆਦਾ ਦੇ ਵਿੱਚ ਨਹੀਂ ਆਉਂਦਾ। ਹਰ ਪੱਖ ਨੂੰ ਸਮਝਣਾ ਹੀ ਜੀਵਨ ਦੀ ਸੰਪੂਰਨਤਾ ਹੈ। ਉਹ ਸੰਪੂਰਨਤਾ ਕਦੋਂ ਹੁੰਦੀ ਹੈ? ਜਦੋਂ ਅਸੀਂ ਇੱਕ ਰਾਗ ਦੇ ਵਿੱਚੋਂ ਦੂਜੇ ਰਾਗ ਦੇ ਵਿੱਚ ਜਾਈਦਾ ਹੈ ਤਾਂ ਕੀ ਕਰਦੇ ਹਨ? ਜੋ ਆਵਾਜ਼ ਹੈ ਉਸ ਦੀ ਮਰਿਆਦਾ ਨੂੰ ਬਦਲਦੇ ਹਨ। ਜੋ ਜੀਵਨ ਦਾ ਰਾਗ ਹੈ, ਇਹਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ। ਜੋ ਸੰਸਾਰ ਦੀ ਪਦਵੀ ਤੋਂ ਉੱਠ ਕੇ ਨਿਰੰਕਾਰ ਦੀ ਪਦਵੀ ਤੱਕ ਜਾਂਦਾ ਹੈ, ਉਹ ਆਪਣੇ ਜੀਵਨ ਦੀ ਮਰਿਆਦਾ ਨੂੰ ਬਦਲਦਾ ਹੈ। ਗੁਰੂ ਸਾਹਿਬ ਜੀ ਨੇ ਉੱਤਰੀ ਤੇ ਦੱਖਣੀ ਪੱਧਤੀ ਜੋ ਹੈ ਉਹਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਹੈ ਉਹ ਬੜੀ ਸੰਪੂਰਨਤਾ ਦੇ ਨਾਲ, ਬੜੀ ਹੀ ਵਿਲੱਖਣਤਾ ਦੇ ਨਾਲ ਸੰਕੇਤ ਕੀਤਾ ਹੈ। ਕਿਉਂਕਿ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਕੇਤੇ ਰਾਗ ਪਰੀ ਸੋ ਕਹੀਐਨ, ਕੇਤੇ ਗਾਵਣ ਹਾਰੇ ਦੀ ਗੱਲ ਕੀਤੀ ਹੈ। ਉਹਦੇ ਵਿੱਚ ਜੋ ਰਾਗ ਹਨ ਗੁਰੂ ਸਾਹਿਬ ਜੀ ਨੇ, ਰਾਗ ਕੀ ਹੈ? ਨਾਦ ਨੂੰ ਇੱਕ ਮਰਿਆਦਾ ਦੇ ਦਿੱਤੀ ਗਈ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਪੂਰਬੀ ਮਹੱਲਾ ਪੰਜਵਾਂ, ਦੱਖਣੀ ਮਹੱਲਾ। ਇਹ ਜੋ ਹੈ, ਇਹ ਜੋ ਰਾਗ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਸਾਬ ਦੇ ਨਾਲ 6 ਮੁੱਖ ਰਾਗ ਹਨ। ਸੰਸਾਰਕ ਮਰਿਆਦਾ ਦੇ ਨਾਲ ਜਾਂ ਸੰਗੀਤਕ ਮਰਿਆਦਾ ਦੇ ਨਾਲ ਜੋ ਹੈ ਉਹ 10 ਠਾਠ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ 6 ਮੁੱਖ ਰਾਗ ਹਨ। ਸੰਗੀਤਕ ਮਰਿਆਦਾ ਦੇ ਅਨੁਸਾਰ 10 ਠਾਠ। ਇਹ ਦੱਖਣੀ ਪੱਧਤੀ ਹੈ ਜੋ ਇਹਦੇ ਵਿੱਚ 72 ਠਾਠ ਹਨ, ਔਰ 72 ਠਾਠ ਦੇ ਗਾਂ ਅੱਗੇ ਇੱਕ ਠਾਠ ਦੇ ਵਿੱਚ 484 ਰਾਗ ਹਨ। ਤੇ ਉਹਨਾਂ 484 ਰਾਗਾਂ ਦੇ ਵਿੱਚੋਂ ਅੱਗੇ ਰਾਗ ਤੇ ਰਾਗਣੀਆਂ ਜੋ ਹਨ ਉਹ ਪੈਦਾ ਹੁੰਦੀਆਂ ਹਨ। ਜਿਸ ਤਰ੍ਹਾਂ ਗੁਰੂ ਸਾਹਿਬ ਦਾ ਬਚਨ ਹੈ, ਮਾਲ ਰਾਗ ਕੌਸਕ ਸੰਗ ਲਾਈ। ਉਹ ਦੋ ਰਾਗਾਂ ਨੂੰ ਮਿਲਾ ਕੇ ਉਹ ਕੀ ਬਣ ਗਿਆ? ਮਾਲ ਕੌਸ। ਜੇ ਮਾਲ ਦੇ ਨਾਲ ਰਾਗ ਦੇ ਨਾਲ ਗੂੰਜੀ ਰਾਗ ਲੱਗ ਗਿਆ, ਉਹ ਬਣ ਗਿਆ ਮਾਲ ਗੂੰਜੀ ਰਾਗ। ਇਹ ਜੇ ਨਾਦ ਹੈ ਉਸ ਨੂੰ ਤਰਤੀਬ ਦੇ ਕੇ ਅਸੀਂ ਉਸ ਗੁਰੂ ਨੂੰ, ਉਸ ਪਰਮਾਤਮਾ ਦੀ ਬਾਣੀ ਨੂੰ ਕਿਸ ਤਰ੍ਹਾਂ ਰਾਗਾਂ ਦੇ ਵਿੱਚ ਗਾਉਣਾ ਹੈ ਜਾਂ ਕਿਸ ਤਰ੍ਹਾਂ ਉਸ ਗੁਰੂ ਤੱਕ ਪਹੁੰਚਣਾ ਹੈ। ਜੋ ਰਾਗ ਜੋ ਹਨ ਇੱਕ ਮਰਿਆਦਾ ਹੈ ਤੁਹਾਡੇ ਸ਼ਬਦ ਦੀ। ਅਸੀਂ ਉਸੇ ਸ਼ਬਦ ਦੇ ਨਾਲ ਹੀ ਕਿਸੇ ਦਾ ਨਿਰਾਦਰ ਕਰ ਸਕਦੇ ਹਾਂ। ਅਸੀਂ ਉਹਨਾਂ ਹੀ ਸ਼ਬਦਾਂ ਨੂੰ ਬਦਲ ਕੇ ਅਸੀਂ ਕਿਸੇ ਦੀ ਬਹੁਤ ਹੀ ਜ਼ਿਆਦਾ ਸਵਾਗਤ ਕਰ ਸਕਦੇ ਹਾਂ, ਉਸ ਨੂੰ ਬਹੁਤ ਸਨਮਾਨ ਦੇ ਸਕਦੇ ਹਾਂ। ਇਸ ਲਈ ਜੋ ਜੀਵਨ ਦਾ ਨਾਦ ਜੋ ਹੈ ਉਹ ਮਰਿਆਦਾ ਦੇ ਵਿੱਚ ਨਹੀਂ ਹੈ, ਉਹ ਸੰਗੀਤ ਨਹੀਂ ਬਣ ਸਕਦਾ, ਉਹ ਰਾਗ ਨਹੀਂ ਬਣ ਸਕਦਾ। ਔਰ ਜੋ ਨਾਦ ਜੋ ਹੈ, ਆਵਾਜ਼ ਉਹੀ ਹੈ। ਅਗਰ ਉਸ ਨੂੰ ਅਸੀਂ ਤਰਤੀਬ ਦੇ ਦਈਏ, ਉਹ ਤਰਤੀਬ ਦੇ ਨਾਲ ਰਾਗ ਬਣਦਾ ਹੈ। ਉਹ ਜੋ ਚੀਜ਼ ਹੈ ਉਹ ਜੀਵਨ ਨੂੰ ਸਵਾਰਦੀ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀਸ, ਸਭੈ ਪੁੱਤਰ ਰਾਗਨ ਕਹਿ 18 10 20। ਇਹ ਜੋ ਰਾਗ ਹਨ ਉਹਨਾਂ ਦੇ ਗਾਂ ਰਾਗਣੀਆਂ, ਪੁੱਤਰ ਜਾਂ ਪੋਤਰੇ ਉਹਨਾਂ ਨੂੰ ਕਹਿ ਲਈਏ ਹੁੰਦੇ ਹਨ। ਸਭੇ ਪੁੱਤਨ ਰਾਗਨ ਕੇ 18 10 20। 18 ਤੇ 10 28, 28 ਤੇ 20 48। ਇਸ ਦੇ ਗਾਂ ਜੋ ਸਾਰੇ ਪੁੱਤਰ ਤੇ ਪੋਤਰੇ ਹਨ 48 ਉਹ ਬਣਦੇ ਹਨ। ਇਸੇ ਤਰ੍ਹਾਂ ਹੀ ਹੋਰ ਰਾਗਾਂ ਨੂੰ ਮਿਲਾ ਕੇ ਜੋ ਹੈ ਉਸ ਨੂੰ ਸੰਗੀਤ ਦਾ ਜੋ ਹੈ ਦਿੱਤਾ ਗਿਆ ਹੈ। ਜੀਵਨ ਇੱਕ ਰਾਗ ਹੈ। ਇਹ ਜਿੰਨੀਆਂ ਵੀ ਚੰਗਿਆਈਆਂ ਹਨ, ਇਹ ਜਿੰਨੀਆਂ ਵੀ ਨੇਕੀਆਂ ਹਨ, ਉਹ ਸਾਰੇ ਜੀਵਨ ਦੇ ਨਾਦ ਹਨ। ਉਹ ਜੋ ਚੰਗਿਆਈਆਂ ਦੇ ਨਾਦ ਜਦੋਂ ਵੱਜਦੇ ਹਨ, ਉਹਦੇ ਨਾਲ ਜੋ ਜੀਵਨ ਹੈ ਉਹ ਰਾਗ ਦੇ ਵਿੱਚ ਆਉਂਦਾ ਹੈ, ਉਹ ਸ਼ਬਦ ਤਰਤੀਬ ਦੇ ਵਿੱਚ ਆਉਂਦਾ ਹੈ, ਔਰ ਜੀਵਨ ਜੋ ਹੈ ਉਹ ਤਰਤੀਬ ਦੇ ਵਿੱਚ ਆ ਕੇ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਗਾਵਣ ਹਾਰੇ ਹੋ ਜਾਂਦੇ ਹਾਂ।
ਕੀਤੇ ਗਾਵਨਹਾਰੇ, ਬਹੁਤ ਸਾਰੇ ਉਸ ਨੂੰ ਜੋ ਹਨ ਗਾ ਰਹੇ ਹਨ। ਇਹ ਫਿਰ 10 ਵੀ ਨਹੀਂ ਰਹਿ ਜਾਂਦੇ, ਇਹ ਫਿਰ ਕਰੋੜਾਂ ਲੱਖਾਂ ਕਰੋੜਾਂ ਹੋ ਕੇ ਅੱਗੇ ਵੱਧ ਕੇ ਉਸ ਪਰਿਪੂਰਨ ਪਰਮਾਤਮਾ ਦੀ ਜੋ ਹੈ ਉਸ ਦੀ ਬੰਦਗੀ ਕਰਦੇ ਹਨ। ਉਹਨਾਂ ਰਾਗਾਂ ਦੇ ਵਿੱਚ ਉਸ ਸ੍ਰਿਸ਼ਟੀ ਦੇ ਘਰ ਵਿੱਚ ਬੈਠੇ ਨੇ ਨੂੰ ਗਾਉਂਦੇ ਹਨ, ਜਿਨ੍ਹਾਂ ਨੂੰ ਆਪਣੇ ਰਾਗ ਦਾ ਜੀਵਨ ਬਣਾ ਲਿਆ ਹੈ। ਉਹਨਾਂ ਦੀ ਗੱਲ ਗੁਰੂ ਸਾਹਿਬ ਕਰਦੇ ਹਨ। ਰਾਗਾਂ ਦੇ ਵਿੱਚ ਜੇ ਬਾਣੀ ਅਸੀਂ ਲੈਂਦੇ ਹਾਂ ਤੇ ਸਭ ਤੋਂ ਪਹਿਲਾਂ ਸ਼੍ਰੀ ਰਾਗ ਆਉਂਦਾ ਹੈ। ਜੇ ਰਾਗ ਮਾਲਾ ਦੇ ਵਿੱਚ ਅਸੀਂ ਲੈਂਦੇ ਹਾਂ ਤੇ ਭੈਰੋਂ ਰਾਗ ਪਹਿਲਾਂ ਆਉਂਦਾ ਹੈ। ਇਹ ਗੁਰੂ ਸਾਹਿਬ ਜੀ ਨੇ ਬੜੇ ਵਿਸਥਾਰ ਦੇ ਨਾਲ ਜੋ ਹੈ ਰਾਗਾਂ ਦਾ ਵਰਣਨ ਕੀਤਾ ਹੈ ਕਿ ਜਿਸ ਤਰ੍ਹਾਂ ਇਹ ਚੀਜ਼, ਇਹ ਸੰਗੀਤ ਜੋ ਰਾਗਾਂ ਦੇ ਵਿੱਚ ਬਣ ਕੇ ਇੱਕ ਮਧੁਰ ਆਵਾਜ਼ ਬਣ ਜਾਂਦਾ ਹੈ, ਦੂਸਰੇ ਨੂੰ ਲੁਭਾਉਂਦਾ ਹੈ, ਸਾਡੇ ਕੰਨਾਂ ਤੱਕ ਆਵਾਜ਼ ਜਾਂਦੀ ਹੈ, ਉਹ ਕਿਤਨੀ ਮਿਠਾਸ ਵਾਲੀ ਹੋ ਜਾਂਦੀ ਹੈ। ਜੇ ਇਸੇ ਤਰ੍ਹਾਂ ਹੀ ਆਪਣੇ ਜੀਵਨ ਨੂੰ ਅਸੀਂ ਮਰਿਆਦਾ ਦੇ ਅਨੁਸਾਰ ਢਾਲ ਲਈਏ ਤੇ ਉਹ ਜੀਵਨ ਜੋ ਸਾਡਾ ਹੈ ਉਹ ਰਾਗ ਬਣ ਸਕਦਾ ਹੈ ਔਰ ਉਹ ਜੀਵਨ ਜੋ ਹੈ ਸਾਨੂੰ ਆਨੰਦ ਦੇ ਸਕਦਾ ਹੈ। ਕੀਤੇ ਰਾਗ ਪਰਿਸੋ ਕਹੀਨ ਕੀਤੇ ਗਾਵਨ ਹਾਏ। ਹੁਣ ਮਸਲਾ ਗਾਉਣ ਦਾ ਹੈ ਕਿ ਗਾਉਣਾ ਕਿਉਂ ਹੈ। ਗਾਉਣ ਦਾ ਮਤਲਬ ਕੀ ਹੁੰਦਾ ਹੈ? ਕਿਸੇ ਦੀ ਸਿਫਤ ਸਲਾਹ ਕਰਨੀ। ਹੁਣ ਅਸੀਂ ਕਿਸੇ ਦੀ ਸਿਫਤ ਸਲਾਹ ਕਰਨੀ ਹੋਵੇ, ਉੱਥੇ ਅਸੀਂ ਗਾਉਣ ਦੇ ਲਈ ਰਾਗ ਵਰਤਦੇ ਹਾਂ। ਸੰਗੀਤ ਦਾ ਮਤਲਬ ਕੀ ਹੈ? ਗੀਤ ਅਸੀਂ ਲਿਖਦੇ ਹਾਂ, ਪਰ ਉਨਾ ਚਿਰ ਗੀਤ ਹੈ ਜਦ ਤੱਕ ਉਹਦੀ ਸਵਰ ਦੇ ਨਾਲ ਮੇਲ ਨਹੀਂ ਹੁੰਦਾ। ਸਵਰ ਔਰ ਗੀਤ ਦਾ ਮੇਲ ਜੋ ਹੈ ਉਹੀ ਸੰਗੀਤ ਬਣਦਾ ਹੈ। ਜੋ ਰਾਗ ਦੀ ਕਿਸੇ ਨੂੰ ਪਹਿਚਾਣ ਹੈ ਉਹੀ ਆਨੰਦ ਲੈ ਸਕਦਾ ਹੈ ਰਾਗ ਦਾ, ਪਰ ਸੰਗੀਤ ਇੱਕ ਐਸੀ ਚੀਜ਼ ਹੈ ਜਿਸ ਦਾ ਹਰ ਇੱਕ ਆਨੰਦ ਲੈ ਸਕਦਾ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਬਾਣੀ ਹੈ, ਸਾਨੂੰ ਉਹਦੀ ਸਮਝ ਹੈ ਜਾਂ ਨਹੀਂ ਹੈ, ਪਰ ਜਦੋਂ ਉਸ ਗੁਰਬਾਣੀ ਨੂੰ ਅਸੀਂ ਸੁਣਦੇ ਹਾਂ, ਉਸ ਗੁਰਬਾਣੀ ਦਾ ਅਸੀਂ ਆਨੰਦ ਲੈਂਦੇ ਹਾਂ। ਉਹ ਜੋ ਚੀਜ਼ ਹੈ ਉਹ ਤਰਤੀਬ ਦੇ ਵਿੱਚ ਹੈ। ਉਹ ਗੁਰੂ ਸਾਹਿਬ ਜੀ ਇਹੀ ਫਰਮਾਨ ਕਰਦੇ ਹਨ, ਜੋ ਗਾਉਣਾ ਹੈ ਉਸ ਦੀ ਸਿਫਤ ਸਲਾਹ ਦੇ ਲਈ ਗਾਉਣਾ ਹੈ। ਇਸ ਲਈ ਅਸੀਂ ਜਿਹੜਾ ਸੰਗੀਤ ਹੈ ਇਹਦੇ ਵਿੱਚੋਂ ਪ੍ਰਸੰਨਤਾ ਮਿਲਦੀ ਹੈ। ਸਿਫਤ ਸਲਾਹ ਕਰਨ ਦੇ ਨਾਲ ਕੀ ਹੁੰਦਾ ਹੈ? ਸਿਫਤ ਸਲਾਹ ਕਰਨ ਦੇ ਨਾਲ ਜੋ ਹਿਰਦੇ ਦੇ ਵਿੱਚ ਸ਼ਬਦ ਹੁੰਦੇ ਹਨ, ਉਹ ਜੋ ਸ਼ਬਦ ਅਸੀਂ ਉਸ ਪਿਤਾ ਦੀ ਸੰਗੀਤ ਦੇ ਲਈ ਉਹਦੇ ਲਈ ਉਚਾਰਦੇ ਹਾਂ, ਉਹਦੀ ਸਿਫਤ ਸਲਾਹ ਦੇ ਲਈ ਉਚਾਰਦੇ ਹਾਂ, ਉਹ ਫਿਰ ਇੱਕ ਤਰਤੀਬ ਦਿੰਦੇ ਹਨ ਸਾਡੇ ਜੀਵਨ ਨੂੰ। ਸਾਡੇ ਜੀਵਨ ਦਾ ਜੋ ਆਧਾਰ ਬਣਦਾ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਇਸ ਰਾਹ 'ਤੇ ਲੱਗਦੇ ਹਾਂ, ਸਾਡਾ ਸੁਭਾਅ ਜੋ ਹੈ ਉਹ ਬਦਲਣ ਲੱਗਦਾ ਹੈ। ਸਾਡੇ ਹਿਰਦੇ ਦੇ ਭਾਵ ਜੋ ਹਨ ਉਹ ਬਦਲਣ ਲੱਗਦੇ ਹਨ। ਸਾਡੇ ਖਿਆਲ ਜੋ ਹਨ ਉਹ ਬਦਲਣ ਲੱਗਦੇ ਹਨ। ਜਿਨ੍ਹਾਂ ਨੂੰ ਅਸੀਂ ਦੇਖਣਾ ਵੀ ਪਸੰਦ ਨਹੀਂ ਕਰਦੇ, ਕਈ ਵਾਰੀ ਉਹ ਵੀ ਸਾਨੂੰ ਸੱਜਣ ਨਜ਼ਰ ਆਉਣ ਲੱਗ ਜਾਂਦੇ ਹਨ। ਇਨਸਾਨ ਉਹੀ ਹੈ, ਲੇਕਿਨ ਇਹ ਗੁਰਬਾਣੀ ਨੇ ਉਸ ਹਿਰਦੇ ਨੂੰ ਐਸੀ ਤਰਤੀਬ ਦਿੱਤੀ ਕਿ ਉਸ ਹਿਰਦੇ ਨੂੰ ਹਰ ਇੱਕ ਦੇ ਵਿੱਚੋਂ ਪਰਿਪੂਰਨ ਪਰਮਾਤਮਾ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਇਹ ਜੋ ਹੈ ਜੀਵਨ, ਉਦੋਂ ਹੀ ਸੰਗੀਤ ਬਣਦਾ ਹੈ। ਹੁਣ ਸਾਨੂੰ ਗੁਰਸਿੱਖ ਦੀ ਇੱਕ ਲੋੜ ਹੈ। ਇੱਥੇ ਕੁਦਰਤ ਜੋ ਹੈ ਉਹ ਕਰਤੇ ਦੀ ਪ੍ਰਤੀਕ ਹੈ। ਹੁਣ ਗੁਰਸਿੱਖ ਦਾ ਜੀਵਨ, ਜੋ ਵੀ ਉਸ ਗੁਰੂ ਨਾਨਕ ਦੇ ਰਾਹ 'ਤੇ ਚੱਲਣ ਵਾਲਾ ਹੈ ਜਾਂ ਧਰਮ 'ਤੇ ਚੱਲਣ ਵਾਲਾ ਹੈ, ਸੱਚ 'ਤੇ ਚੱਲਣ ਵਾਲਾ ਹੈ, ਉਸ ਨੂੰ ਇਹ ਕਹਿ ਕੇ ਨਾ ਦੱਸਣਾ ਪਵੇ ਕਿ ਗੁਰੂ ਨਾਨਕ ਸਾਹਿਬ ਕਿਤਨੇ ਵੱਡੇ ਹਨ, ਤੇ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਕੇ ਨਾ ਕਹਿਣਾ ਪਵੇ ਕਿ ਅਸੀਂ ਗੁਰਸਿੱਖ ਹਾਂ। ਸਾਡਾ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਨੂੰ ਦੇਖ ਕੇ ਦੂਸਰਾ ਕਹੇ ਕਿ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਅਸੀਂ ਉਹ ਚੀਜ਼ ਜੋ ਹੈ ਉਹ ਗੁਰਸਿੱਖ ਨੂੰ ਪ੍ਰਾਪਤ ਕਰਨੀ ਹੈ, ਤਾਂ ਕਿ ਸਾਨੂੰ ਆਪ ਨਾ ਦੱਸਣਾ ਪਵੇ ਕਿ ਅਸੀਂ ਗੁਰਸਿੱਖ ਹਾਂ। ਸਾਡੇ ਕਰਮ, ਜੋ ਸਾਡੀਆਂ ਭਾਵਨਾਵਾਂ, ਜੋ ਸਾਡੀ ਦ੍ਰਿਸ਼ਟੀ ਦੂਸਰਿਆਂ ਤੱਕ ਪਹੁੰਚਦੀ ਹੈ, ਉਸ ਵਿੱਚ ਇਤਨੀ ਨਿਮਰਤਾ, ਇਤਨਾ ਪਿਆਰ ਔਰ ਇਤਨੀ ਸੁਚਮਤਾ ਹੋਣੀ ਚਾਹੀਦੀ ਹੈ ਕਿ ਦੇਖਣ ਵਾਲਾ ਆਪ ਹੀ ਕਹਿ ਕੇ ਗੁਰੂ ਨਾਨਕ ਸਾਹਿਬ ਦਾ ਸਿੱਖ ਲੱਗਦਾ ਹੈ। ਉਸ ਲਈ ਜੀਵਨ ਨੂੰ ਬਣਾਉਣ ਦੀ ਲੋੜ ਹੈ। ਅਸੀਂ ਕਿਤਾਬਾਂ ਲਿਖੀ ਜਾਂਦੇ ਹਾਂ, ਅਸੀਂ ਕੀਰਤਨ ਦਰਬਾਰ ਵੀ ਬਹੁਤ ਵੱਡੇ ਵੱਡੇ ਕਰਾਉਂਦੇ ਹਾਂ, ਜਿਹਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਹੁੰਦੀਆਂ ਹਨ। ਅਸੀਂ ਕਹਿ ਰਹੇ ਹਾਂ ਕਿ ਪ੍ਰਚਾਰ ਹੋ ਰਿਹਾ, ਪਰ ਪ੍ਰਚਾਰ ਨਹੀਂ ਹੋ ਰਿਹਾ। ਉਸ ਦਾ ਕਾਰਨ ਇੱਕ ਹੈ ਕਿ ਅਸੀਂ ਸਿਰਫ ਸ਼ਬਦਾਂ ਦੇ ਨਾਲ ਕਹਿ ਰਹੇ ਹਾਂ। ਜੋ ਕਹਿਣ ਵਾਲਾ ਹੈ ਉਹਦਾ ਆਪਣਾ ਜੀਵਨ ਉਹ ਨਹੀਂ ਹੈ। ਸਾਧ ਸੰਗਤ ਜੀ, ਜੇ ਕੋਈ ਰਾਗੀ ਗਾਉਂਦਾ ਹੈ ਜਾਂ ਕਥਾਵਾਚਕ ਵੀ ਕਹਿੰਦਾ ਹੈ, ਉਸ ਦਾ ਜਦ ਤੱਕ ਆਪਣਾ ਜੀਵਨ ਨਹੀਂ ਬਣਦਾ, ਉਦੋਂ ਤੱਕ ਉਹ ਕੋਈ ਪ੍ਰਚਾਰ ਨਹੀਂ ਕਰ ਸਕਦਾ। ਅਸੀਂ ਕਿਸੇ ਨੂੰ ਕਿ ਉਸ ਗੁਰੂ ਦੀ ਗੱਲ ਸੁਣਾਉਣੀ ਹੋਵੇ, ਪਹਿਲਾਂ ਉਸ ਨੂੰ ਆਪ ਮੰਨਣਾ ਪੈਂਦਾ ਹੈ। ਉਹ ਜੋ ਚੀਜ਼ ਹੈ ਉਹ ਪੈਦਾ ਕਰਨੀ ਪੈਣੀ ਹੈ, ਤਾਂ ਕਿ ਸਾਡਾ ਜੋ ਧਰਮ ਹੈ, ਸਾਡਾ ਜੋ ਸਿੱਖ ਧਰਮ ਹੈ, ਉਹ ਅੱਗੇ ਵੱਧ ਸਕੇ। ਅਸੀਂ ਅੰਦਰੋਂ ਖੋਖਲੇ ਹੋ ਕੇ ਧਰਮ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੂੰ ਉਸ ਦੀ ਬਾਣੀ ਨੂੰ, ਉਸ ਪਰਿਪੂਰਨ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਗਾਉਣਾ ਹੈ, ਪਹਿਲਾਂ ਆਪਣੇ ਜੀਵਨ ਨੂੰ ਬਦਲ। ਪਹਿਲਾਂ ਆਪਣੇ ਜੀਵਨ ਦੀਆਂ ਉਹਨਾਂ ਕਿਰਿਆਵਾਂ ਨੂੰ ਬਦਲ
ਕਿ ਤੂੰ ਤੁਰਦਾ ਜਾਵੇਂ, ਤੇਰੇ ਵਿਚਾਰ ਐਸੇ ਹੋਣ, ਤੇਰੇ ਕਰਮ ਐਸੇ ਹੋਣ, ਤੈਨੂੰ ਕਿਸੇ ਨੂੰ ਸਲਾਮ ਜੇ ਕਰਨਾ ਵੀ ਪਵੇ ਤੇ ਅਗਲਾ ਤੈਨੂੰ ਪਹਿਲਾਂ ਚੁੱਕ ਕੇ ਸਲਾਮ ਕਰਦਾ ਹੈ। ਤੇਰਾ ਜੀਵਨ ਐਸਾ ਹੋਣਾ ਚਾਹੀਦਾ ਹੈ। ਫੁੱਲ ਹੈ, ਫੁੱਲ ਨੂੰ ਦੱਸਣਾ ਨਹੀਂ ਪੈਂਦਾ ਕਿ ਮੈਂ ਸੁੰਦਰ ਹਾਂ, ਮੇਰੇ ਵਿੱਚੋਂ ਖੁਸ਼ਬੂ ਆਉਂਦੀ ਹੈ, ਉਹਦਾ ਕਰਮ ਐਸਾ ਹੈ। ਫੁੱਲ ਨੂੰ ਦੇਖ ਕੇ ਅਸੀਂ ਕਹਿ ਦਿੰਦੇ ਹਾਂ ਪਰਮਾਤਮਾ ਨੇ ਕਿੰਨਾ ਸੋਹਣਾ ਬਣਾਇਆ ਹੈ ਫੁੱਲ। ਅਸੀਂ ਫੁੱਲ ਨੂੰ ਦੇਖ ਕੇ ਕਦੇ ਫੁੱਲ ਨਹੀਂ ਕਹਿੰਦੇ, ਸਾਡੇ ਮਨ ਦੇ ਵਿੱਚ ਇਹੀ ਵਿਚਾਰ ਆਉਂਦੀ ਹੈ ਕਿ ਪਰਮਾਤਮਾ ਨੇ ਕਿੰਨਾ ਸੋਹਣਾ ਫੁੱਲ ਬਣਾਇਆ ਹੈ। ਉਹੀ ਜੋ ਮਹਿਕ ਹੈ ਉਹਦੇ ਵਿੱਚੋਂ ਆਉਂਦੀ, ਉਸ ਪਰਮਾਤਮਾ ਨੇ ਬਣਾਈ ਹੈ। ਉਸ ਪਰਮਾਤਮਾ ਦੀ, ਉਸ ਕਰਤੇ ਦੀ ਉਹ ਪ੍ਰਤੀਕ ਹੈ। ਉਹੀ ਜਿਹੜਾ ਹੈ ਉਹੀ ਸਾਨੂੰ ਬਣਾਉਣ ਵਾਲਾ ਹੈ। ਗਾਵੈ ਤੁਹਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਵਨ ਦੀ ਸੁੰਦਰਤਾ, ਪਵਨ ਦੀ ਆਜ਼ਾਦੀ, ਇਹ ਕਿਸੇ ਦੀ ਗੁਲਾਮ ਨਹੀਂ ਹੈ। ਪਵਨ, ਉਹ ਜੋ ਪਵਨ ਹੈ ਉਹ ਆਜ਼ਾਦ ਹੈ। ਪਾਣੀ ਗੁਰੂ ਸਾਹਿਬ ਨੇ ਅਥਾਹ ਬਣਾਇਆ ਹੈ। ਪਾਣੀ ਇਤਨਾ ਹੈ ਕਿ ਅਸੀਂ ਸੰਭਾਲ ਵੀ ਨਹੀਂ ਸਕਦੇ। ਜੋ ਕੁਦਰਤ ਹੈ ਉਹ ਕਰਤੇ ਦੀ ਪ੍ਰਤੀਕ ਹੈ। ਮੇਰੇ ਕਈ ਵੀਰਾਂ ਨੇ, ਭੈਣਾਂ ਨੇ ਨਿਆਗਰਾ ਫਾਲ ਦੇਖਿਆ ਹੋਵੇਗਾ। ਮਨ ਦੇਖ ਕੇ ਕਹਿੰਦਾ ਹੈ ਕਿ ਕਿਤਨਾ ਪਿਆਰਾ ਹੈ ਉਹ। ਕਿਤਨੀਆਂ ਸਦੀਆਂ ਤੋਂ, ਕਿਤਨੇ ਸਮਿਆਂ ਤੋਂ ਉਹ ਪਾਣੀ ਆਪਣੇ ਆਪ ਹੀ ਚੱਲ ਰਿਹਾ ਹੈ। ਉੱਥੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਕਿਸ ਨੇ ਬਣਾਇਆ ਹੈ। ਇਨਸਾਨ ਖੁਦ ਕਹਿੰਦਾ ਹੈ ਇਹ ਪਰਮਾਤਮਾ ਨੇ ਕਿੰਨੀ ਸੋਹਣੀ ਚੀਜ਼ ਬਣਾਈ ਹੈ। ਉਹ ਪਰਮਾਤਮਾ ਦੀ ਜੋ ਕੁਦਰਤ ਹੈ ਉਹ ਸਾਨੂੰ ਦੱਸ ਰਹੀ ਹੈ, ਆਵਾਜ਼ਾਂ ਦੇ ਰਹੀ ਹੈ ਕਿ ਇਹ ਉਸ ਪਰਿਪੂਰਨ ਪਰਮਾਤਮਾ ਦੀ ਬਣਾਵਟ ਹੈ। ਐ ਬੰਦੇ, ਤੂੰ ਇਹਦੇ ਨਾਲ ਪਿਆਰ ਕਰ। ਇਹ ਜੋ ਤੂੰ ਰਾਗ ਗਾਉਣੇ ਹਨ, ਇਹ ਜੋ ਤੂੰ ਹਿਰਦੇ ਦੇ ਵਿੱਚੋਂ ਧੁਨਾਂ ਗਾਉਣੀਆਂ ਹਨ, ਉਸ ਪਰਿਪੂਰਨ ਪਰਮਾਤਮਾ ਦੇ ਲਈ। ਗਾਵੈ ਤੁਹਨੋ ਪਵਨ ਪਾਣੀ ਬੈਸੰਤਰ, ਇਹ ਜੋ ਸਾਰੇ ਹਨ ਗਾਉਣ ਵਾਲੇ, ਇਹ ਜੋ ਸ਼ਕਤੀਆਂ ਹਨ ਸਾਰੀਆਂ, ਇਹ ਉਸ ਪਰਿਪੂਰਨ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ ਔਰ ਇਹ ਸਾਰੀਆਂ ਹੀ ਉਸ ਦੇ ਗੀਤ ਗਾ ਰਹੀਆਂ ਹਨ। ਗਾਵੈ ਰਾਜਾ ਧਰਮ ਦੁਆਰੇ, ਜੋ ਧਰਮ ਹੈ ਉਹ ਰਾਜਾ ਹੈ। ਅਸੀਂ ਕਹਿ ਦਿੰਦੇ ਹਾਂ ਕਿ ਧਰਮਰਾਜ ਕੋ ਜਾਣਾ ਹੈ, ਉਸਨੇ ਜੋ ਵੀ ਫਲ ਹੈ, ਅਸੀਂ ਪਾਪ ਕੀਤੇ ਹਨ ਉਹਨਾਂ ਦੀ ਸਜ਼ਾ, ਜੋ ਪੁੰਨ ਕੀਤੇ ਹਨ ਉਹਨਾਂ ਦਾ ਫਲ ਦੇਣਾ ਹੈ। ਉਹ ਗੁਰੂ ਸਾਹਿਬ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ। ਉਹ ਗੁਰੂ ਸਾਹਿਬ ਦੇ ਗੁਲਾਮ ਹੋਣ ਦੇ ਪ੍ਰਤੀਕ ਹਨ। ਉਹ ਆਪਣੀ ਮਰਜ਼ੀ ਦੇ ਨਾਲ ਕਦੇ ਵੀ ਕੁਝ ਨਹੀਂ ਕਰ ਸਕਦੇ। ਉਹ ਪਰਿਪੂਰਨ ਪਰਮਾਤਮਾ ਦੀ ਰਜ਼ਾ ਵਿੱਚ ਹਨ ਔਰ ਉਹ ਉੱਥੇ ਬੈਠ ਕੇ ਉਸੇ ਦੇ ਹੀ ਗੀਤ ਗਾ ਰਹੇ ਹਨ। ਅਸੀਂ ਸ਼ਿਵਾ ਜੀ ਨੂੰ ਲੈਂਦੇ ਹਾਂ, ਉਹਨਾਂ ਨੇ ਡਮਰੂ ਹੱਥ ਦੇ ਵਿੱਚ ਫੜਿਆ ਹੋਇਆ ਹੈ, ਮਾਲਾ ਹੱਡੀਆਂ ਦੀ ਗਲ ਦੇ ਵਿੱਚ ਪਾਈ ਹੋਈ ਹੈ। ਉਹ ਪਰਮਾਤਮਾ ਨੇ ਉਹਨਾਂ ਦੀ ਮੌਤ ਦੀ ਡਿਊਟੀ ਲਾਈ ਹੋਈ ਹੈ। ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਖੌਫਨਾਕ ਉਹਨਾਂ ਨੇ ਦਿਖਾਉਣਾ ਹੈ। ਪਰ ਉਹ ਜੋ ਹਨ ਉਹ ਸਾਰੇ ਉਸ ਪਰਿਪੂਰਨ ਦੇ ਪਰਮਾਤਮਾ ਦੇ ਗੁਲਾਮ ਹਨ, ਉਹਨਾਂ ਦੀ ਗੁਲਾਮੀ ਦੇ ਪ੍ਰਤੀਕ ਹਨ। ਗਾਵੈ ਤੁਹਨੋ ਪਵਨ ਪਾਣੀ ਬੈਸੰਤਰ, ਗਾਉਣਾ ਕਿਸ ਲਈ ਹੈ, ਸਿਫਤ ਸਲਾਹ ਕਿਸ ਲਈ ਕਰਨੀ ਹੈ ਅਸੀਂ, ਕਿ ਸਾਡੇ ਹਿਰਦੇ ਦੀ ਸਟੇਜ ਜੋ ਹੈ, ਸਾਡੇ ਹਿਰਦੇ ਦੀ ਜੋ ਪਹੁੰਚ ਹੈ ਉੱਥੋਂ ਤੱਕ ਹੋ ਜਾਵੇ, ਜਿੱਥੋਂ ਤੱਕ ਕਿ ਜਿੱਥੇ ਜਾ ਕੇ, ਜਿਸ ਲੈਵਲ ਤੇ ਜਾ ਕੇ ਅਸੀਂ ਕਹਿ ਸਕੀਏ ਇਹ ਪਰਿਪੂਰਨ ਪਰਮਾਤਮਾ ਤੇਰੀ ਰਜ਼ਾ ਮੈਨੂੰ ਚੰਗੀ ਲੱਗਦੀ ਹੈ, ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ। ਉਹ ਚੀਜ਼ ਜਿਹੜੀ ਹੈ ਉਹ ਪੈਦਾ ਕਰਨ ਦੇ ਲਈ ਅਸੀਂ ਸਿਫਤ ਸਲਾਹ ਕਰਕੇ ਉਸ ਲੈਵਲ ਤੱਕ ਪਹੁੰਚਣਾ ਹੈ, ਤਾਂ ਕਿ ਉਸ ਪਿਤਾ ਦੀ ਕੀਤੇ ਹੋਏ ਨੂੰ ਅਸੀਂ ਉਹਦੀ ਰਜ਼ਾ ਸਮਝ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਸਕੀਏ। ਗੁਰੂ ਸਾਹਿਬ ਦੇ ਨਿਯਮ ਹਨ, ਜਿਤਨੀ ਵੀ ਕੁਦਰਤ ਹੈ ਉਹ ਨਿਯਮਾਂ ਦੇ ਆਧਾਰ 'ਤੇ ਬਣਾਈ ਗਈ ਹੈ। ਹੁਣ ਅਸੀਂ ਅੱਗ ਨੂੰ ਕਹੀਏ ਕਿ ਅੱਗ ਦੇ ਵਿੱਚੋਂ ਅਸੀਂ ਠੰਡਕ ਲੈਣੀ ਹੈ, ਕਦੇ ਨਹੀਂ ਮਿਲ ਸਕਦੀ, ਕਿਉਂਕਿ ਕੁਦਰਤ ਦਾ ਨਿਯਮ ਹੈ। ਅੱਗ ਦੇ ਵਿੱਚੋਂ ਤਪਸ਼ ਹੀ ਮਿਲੇਗੀ। ਅਗਰ ਅਸੀਂ ਕਹੀਏ ਕਿ ਅਸੀਂ ਬਰਫ਼ ਦੇ ਵਿੱਚੋਂ ਤਪਸ਼ ਲੈਣੀ ਹੈ, ਉਹ ਨਹੀਂ ਮਿਲੇਗੀ। ਅਗਰ ਅੱਗ ਦੇ ਵਿੱਚੋਂ ਅਸੀਂ ਠੰਡਕ ਲੈਣੀ ਚਾਹੀਏ, ਸਾਨੂੰ ਉਹ ਨਹੀਂ ਮਿਲੇਗੀ, ਕਿਉਂਕਿ ਇਹ ਗੁਰੂ ਦਾ ਨਿਯਮ ਹੈ। ਉਹਦੇ ਨਿਯਮ ਦੇ ਵਿੱਚ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ ਔਰ ਉਸ ਦੇ ਨਿਯਮ ਦੇ ਉਲਟ ਕਦੇ ਨਹੀਂ ਹੋ ਸਕਦਾ ਹੈ। ਪਾਣੀ ਦਾ ਸੁਭਾਵ ਕੀ ਹੈ? ਉਹ ਨਿਵਾਣ ਵੱਲ ਚੱਲਦਾ ਹੈ, ਕਿਉਂਕਿ ਉਸ ਦਾ ਕੇਂਦਰ ਕੀ ਹੈ? ਸਾਗਰ, ਔਰ ਸਾਗਰ ਨਿਵਾਣ ਵੱਲ ਹੈ। ਅਗਰ ਅਸੀਂ ਅੱਗ ਬਾਲਦੇ ਹਾਂ, ਉਹ ਹਮੇਸ਼ਾ ਹੀ ਉੱਚੀ ਉੱਠਦੀ ਹੈ, ਹਮੇਸ਼ਾ ਹੀ ਉਹਦੇ ਵਿੱਚੋਂ ਲਾਟਾਂ ਨਿਕਲਦੀਆਂ ਹਨ। ਕਿਉਂ? ਕਿਉਂਕਿ ਉਸ ਦਾ ਕੇਂਦਰ ਸੂਰਜ ਹੈ, ਇਸ ਲਈ ਉਹ ਹਮੇਸ਼ਾ ਉੱਪਰ ਉੱਠੇਗੀ। ਪਾਣੀ ਜੋ ਹੈ ਉਹ ਹਮੇਸ਼ਾ ਨਿਵਾਣ ਦੀ ਤਰ੍ਹਾਂ ਜਾਏਗਾ। ਧਰਮ ਰਾਜਾ ਜੋ ਹੈ, ਗਾਵੇ ਰਾਜਾ ਧਰਮ ਦੁਆਰੇ, ਧਰਮ ਰਾਜ ਜੋ ਜੀਵਾਂ ਦੇ ਕਰਮਾਂ ਅਨੁਸਾਰ ਸਜ਼ਾ ਜਾਂ ਫਲ ਦਿੰਦਾ ਹੈ, ਉਹ ਵੀ ਤੇਰੇ ਹੀ ਰਜ਼ਾ ਦੇ ਵਿੱਚ ਹਨ, ਤੇਰੇ ਹੀ ਗੀਤ ਗਾ ਰਹੇ ਹਨ। ਵਾਰਾਂ ਤੇ ਵਧੀਕ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ,
नाम ते आयन साजना जन्म पदार्थ जीत, नानक धर्म ऐसे चवे कीते पवन पुनीत। ये जीवन जो है एक जुआ है, ਇਹਦੇ ਵਿੱਚ ਅਸੀਂ ਹਾਰ ਕੇ ਵੀ ਜਾ ਸਕਦੇ ਹਾਂ, ਇਹਦੇ ਵਿੱਚ ਅਸੀਂ ਜਿੱਤ ਕੇ ਵੀ ਜਾ ਸਕਦੇ ਹਾਂ। ਕਬੀਰ ਜੀ ਦਾ ਵੀ ਫਰਮਾਨ ਹੈ, ਚਲੇ ਜੁਆਰੀ ਦੋਏ ਹੱਥ ਚਾਰ। ਇਹ ਜੋ ਜੁਆਰੀ ਹੈ, ਜੋ ਜੀਵਨ ਦਾ ਜੂਆ ਖੇਡਣ ਆਇਆ ਸੀ, ਇਹ ਹਾਰ ਕੇ ਹੱਥ ਝਾੜ ਕੇ ਜਾ ਰਿਹਾ ਹੈ, ਕਿਉਂਕਿ ਇਸਨੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਨਹੀਂ ਧਿਆਇਆ। ਉਹਦਾ ਧਿਆਨ ਨਾਨਕ ਧਰਮ ਐਸੇ ਚਵੇ ਕੀਤੇ ਪਵਨ ਪੁਨੀਤ। ਉਸ ਦੇ ਨਾਮ ਨੂੰ ਐਸੀ ਤਰ੍ਹਾਂ ਜਪਣਾ ਹੈ ਕਿ ਜਿਸ ਦੇ ਨਾਲ ਅਸੀਂ ਪਵਨ ਤੇ ਪੁਨੀਤ ਹੋ ਸਕੀਏ। 3 ਵਾਰੀ ਪਵਿੱਤਰ ਕਹੀਏ, 1 ਵਾਰੀ ਪੁਨੀਤ ਬਣਦਾ ਹੈ ਕਿ ਅਸੀਂ ਉਹ ਪੁਨੀਤ ਹੋ ਸਕੀਏ। ਉਸ ਪਿਤਾ ਦੀ ਬਾਣੀ ਨੂੰ ਪੜ੍ਹ ਕੇ, ਉਸ ਪਿਤਾ ਦੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਹੋ ਸਕੀਏ। ਗਾਵੇ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਤਨ ਵਿਚਾਰੇ। ਗੁਰੂ ਸਾਹਿਬ ਜੀ ਦਾ ਫਰਮਾਨ ਹੈ। ਚਿੱਤਰ ਗੁਪਤ, ਇੱਕ ਐਸਾ ਚਿੱਤਰ ਜੋ ਗੁਪਤ ਹੈ ਔਰ ਸਾਡਾ ਜੋ ਵੀ ਮਾਨਸਿਕ ਸਰੀਰਕ ਕਰਮ ਹੈ ਉਸ ਨੂੰ ਲਿਖ ਰਿਹਾ ਹੈ। ਉਹ ਜੋ ਚਿੱਤਰ ਗੁਪਤ ਹੈ ਉਸ ਨੂੰ ਅਸੀਂ ਇਸ ਦੁਨੀਆ ਦੀ ਅੱਖ ਦੇ ਨਾਲ ਕਦੇ ਨਹੀਂ ਦੇਖ ਸਕਦੇ, ਅਸੀਂ ਅਨੁਭਵ ਦੀ ਅੱਖ ਦੇ ਨਾਲ ਹੀ ਦੇਖ ਸਕਦੇ ਹਾਂ। ਚਿੱਤਰ ਗੁਪਤ, ਗੁਪਤ ਚਿੱਤਰ ਕਿਹੜਾ ਹੈ? ਉਹ ਪਰਿਪੂਰਨ ਪਰਮਾਤਮਾ ਹੀ ਤੇ ਹੈ। ਉਹ ਹਰ ਜਗ੍ਹਾ ਨਾਲ ਹੈ, ਅਸੀਂ ਨਾਲ ਨਹੀਂ ਰੱਖਦੇ। ਹੁਣ ਅਸੀਂ ਜੇ ਇੱਕ ਛੋਟੀ ਜਿਹੀ ਦੁਨੀਆ ਦੀ ਉਦਾਹਰਨ ਹੈ ਕਿ ਜੇ ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਹਮੇਸ਼ਾ ਹੀ ਅੰਗ ਸੰਗ ਸਮਝੀਏ ਕਿ ਉਹ ਹਰ ਜਗ੍ਹਾ ਸਾਡੇ ਨਾਲ ਹੈ, ਅਸੀਂ ਕਿਤੇ ਵੀ ਜਾਣੇ, ਕੋਈ ਵੀ ਕਰਮ ਕਰਦੇ ਹਾਂ, ਉਹ ਸਾਡੇ ਨਾਲ ਹੈ, ਸਾਡਾ ਜੀਵਨ ਜਿਉਣਾ ਔਖਾ ਹੋ ਜਾਏਗਾ। ਕਿਉਂਕਿ ਸਾਡੇ ਜੀਵਨ ਦੇ ਐਸੇ ਕੀ ਕਰਮ ਹਨ ਜੋ ਅਸੀਂ ਇਹ ਸੋਚ ਹੀ ਨਹੀਂ ਸਕਦੇ ਕਿ ਪਰਮਾਤਮਾ ਸਾਡੇ ਨਾਲ ਹੈ ਤੇ ਅਸੀਂ ਉਹ ਕਰਾਂਗੇ। ਬਸ ਇੱਥੇ ਆ ਕੇ ਜੀਵਨ ਜਿਉਣਾ ਔਖਾ ਹੋ ਜਾਂਦਾ ਹੈ। ਜਦੋਂ ਧਰਮ ਦੇ ਵਿੱਚ ਇਨਸਾਨ ਆਉਂਦਾ ਹੈ ਉਦੋਂ ਇਸੇ ਲਈ ਜੀਵਨ ਜੀਣਾ ਔਖਾ ਹੋ ਜਾਂਦਾ ਹੈ। ਦੂਸਰੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਜਦੋਂ ਵੀ ਅਸੀਂ ਕਿਤੇ, ਜੇ ਸਾਡਾ ਸੁਭਾਅ ਕਿਸੇ ਨਾਲ ਨਹੀਂ ਮਿਲਦਾ, ਉੱਥੇ ਸਾਡੀ ਜਿਹੜੀ ਹੈ ਉਹ ਅਣਬਣ ਹੋ ਜਾਂਦੀ ਹੈ। ਅਸੀਂ ਕਦੇ ਸਾਥ ਨਹੀਂ ਚੱਲ ਸਕਦੇ। ਇਹ ਜੋ ਸੁਭਾਅ ਹੈ ਇਹ ਤਾਂ ਹੀ ਮਿਲ ਸਕਦਾ ਹੈ ਜੇ ਗੁਰੂ ਦੀ ਕਿਰਪਾ ਹੋਵੇ। ਜੇ ਅਸੀਂ ਗੁਰੂ ਨੂੰ ਹਮੇਸ਼ਾ ਅੰਗ ਸੰਗ ਸਮਝਾਂਗੇ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਐਸਾ ਕਰਮ ਨਹੀਂ ਹੋਵੇਗਾ ਜੋ ਉਸ ਦੀ ਰਜ਼ਾ ਤੋਂ ਬਿਨਾਂ ਹੋਵੇਗਾ। ਅਸੀਂ ਕੁਛ ਵੀ ਕਰ ਰਹੇ ਹਾਂ, ਅਸੀਂ ਕੁਛ ਪੜ੍ਹ ਰਹੇ ਹਾਂ ਜਾਂ ਕੁਛ ਕਰ ਰਹੇ ਹਾਂ, ਅਗਰ ਦੋ ਇਨਸਾਨ ਅੱਗੇ ਬੈਠੇ ਨੇ ਤੇ ਅਸੀਂ ਬੜੇ ਧਿਆਨ ਦੇ ਨਾਲ ਪੜ੍ਹਾਂਗੇ ਕਿ ਸਾਨੂੰ ਉਹ ਦੇਖ ਰਿਹਾ ਹੈ ਜਾਂ ਸਾਨੂੰ ਉਹ ਸੁਣ ਰਿਹਾ ਹੈ, ਉਹ ਸਾਡੀ ਕਿਤੇ ਗਲਤੀ ਨਹੀਂ ਕਰ ਰਿਹਾ, ਅਸੀਂ ਗਲਤੀ ਤਾਂ ਨਹੀਂ ਕਿਤੇ ਕਰ ਰਹੇ, ਉਹ ਸੁਚੇਤ ਹੋ ਜਾਵੇਗਾ। ਔਰ ਜਦੋਂ ਇਨਸਾਨ ਸੁਚੇਤ ਹੋਵੇਗਾ ਉਹ ਗਲਤੀ ਨਹੀਂ ਕਰੇਗਾ। ਹੁਣ ਜਦੋਂ ਇਹ ਸਮਝਦਾ ਕਿ ਪਰਿਪੂਰਨ ਪਰਮਾਤਮਾ ਨਾਲ ਹੈ, ਗਲਤੀ ਕਿਸ ਤਰ੍ਹਾਂ ਕਰੇਗਾ? ਇਸੇ ਲਈ ਹੀ ਅਸੀਂ ਧਰਮ ਦੇ ਖੇਤਰ ਦੇ ਵਿੱਚ ਆਉਣ ਤੋਂ ਇਤਨਾ ਡਰਦੇ ਹਾਂ, ਕਿਉਂਕਿ ਇੱਥੇ ਹਰ ਕਰਮ ਜੋ ਹੈ ਉਸ ਨੂੰ ਸੁਚੇਤ ਹੋਣਾ ਪੈਣਾ ਹੈ। ਇਹ ਬੰਦੇ, ਤੂੰ ਚੋਰੀ ਵੀ ਕਰਦਾ ਹੈ ਤੇ ਤੈਨੂੰ ਪਤਾ ਹੈ ਪਰਮਾਤਮਾ ਨਾਲ ਹੈ, ਤੇਰੇ ਮਨ 'ਚ ਉਸੇ ਵੇਲੇ ਆਵੇਗਾ ਮੈਂ ਚੋਰੀ ਨਹੀਂ ਕਰਾਂਗਾ, ਕੋਈ ਵੀ ਕਰਮ ਐਸਾ ਨਹੀਂ ਕਰਾਂਗਾ ਜੋ ਪਰਮਾਤਮਾ ਨੂੰ ਮਨਜ਼ੂਰ ਨਾ ਹੋਵੇ। ਬਸ ਇੱਥੇ ਸਿੱਖਣ ਦੀ ਇਹੀ ਲੋੜ ਹੈ। ਗੁਰੂ ਸਾਹਿਬ ਦੇ ਇਹੀ ਫਰਮਾਨ ਹਨ ਕਿ ਇਹ ਬੰਦੇ ਜੇ ਤੂੰ ਉਸਨੂੰ ਨਾਲ ਸਮਝਦਾ ਹੈ ਨਾ, ਜੇ ਉਹ ਤੇਰੇ ਸਾਥ ਹੈ, ਤੂੰ ਕੋਈ ਵੀ ਐਸਾ ਕਰਮ ਨਹੀਂ ਕਰੇਗਾ। ਤੂੰ ਆਪਣੇ ਜੀਵਨ ਨੂੰ ਸਵਾਰ ਸਕਦਾ, ਸਿਰਫ ਆਪਣੀ ਸਮਝ ਨੂੰ ਜੋ ਹੈ ਉਹ ਬਦਲਣਾ। ਉਹ ਜੋ ਚਿੱਤਰ ਗੁਪਤ ਹੈ ਉਹ ਸਾਡੇ ਹਰ ਕਰਮ ਨੂੰ, ਮਾਨਸਿਕ ਨੂੰ, ਸਰੀਰਕ ਨੂੰ ਉਹ ਕਰ ਰਿਹਾ ਹੈ, ਦੇਖ ਰਿਹਾ ਹੈ। ਹੁਣ ਜਦੋਂ ਉਹ ਦੇਖ ਰਿਹਾ ਹੈ ਤੇ ਜਿਹੜੇ ਸਾਡੇ ਕਰਮ ਹਨ ਉਹ ਅਸੀਂ ਜਦੋਂ ਕਰਾਂਗੇ, ਸਾਡੇ ਮਨ ਦੇ ਵਿੱਚ ਉਹ ਭਾਵ ਉਹ ਹੋਵੇਗਾ। ਇਸ ਸ਼ਬਦ ਦਾ ਇਹ ਗਾਵੇ ਚਿੱਤ ਗੁਪਤ ਲਿਖ ਜਾਣ ਹੈ। ਉਹ ਜਿਹੜੇ ਲਿਖ ਰਹੇ ਹਨ, ਚਿੱਤਰ ਗੁਪਤ ਵੀ ਜਿਹੜੇ ਲਿਖ ਰਹੇ ਹਨ, ਉਹ ਵੀ ਤੇਰੀ ਹੀ ਬਾਣੀ ਨੂੰ ਗਾ ਰਹੇ ਹਨ, ਤੇਰੇ ਹੀ ਗੁਣ ਗਾ ਰਹੇ ਹਨ। ਲਿਖ ਲਿਖ ਧਰਮ ਵਿਚਾਰੇ, ਜੋ ਧਰਮ ਨੂੰ ਲਿਖ ਲਿਖ ਕੇ ਵਿਚਾਰ ਰਹੇ ਹਨ, ਉਹ ਵੀ ਇਹੀ ਕਹਿ ਰਹੇ ਹਨ ਕਿ ਇਹ ਪਰਿਪੂਰਨ ਪਰਮਾਤਮਾ, ਅਸੀਂ ਤੇਰੇ ਹੀ ਗੁਣ ਗਾ ਰਹੇ ਹਾਂ ਔਰ ਧਰਮ ਦੇ ਦੁਆਰਾ ਵਿਚਾਰ ਕਰਕੇ ਵੀ ਅਸੀਂ ਤੇਰੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਗਾਵੇ ਈਸ਼ਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਈਸ਼ਰ ਵੀ, ਬਰਮਾ ਵੀ, ਤਰ੍ਹਾਂ ਤਰ੍ਹਾਂ ਦੀਆਂ ਦੇਵੀਆਂ ਜੋ ਹਨ ਉਹ ਵੀ ਤੇਰੇ ਹੀ ਗੁਣ ਗਾ ਰਹੀਆਂ ਹਨ। ਸੋਹਣ ਸਦਾ ਸਵਾਰੇ, ਇਹ ਪਰਿਪੂਰਨ ਪਰਮਾਤਮਾ, ਉਹ ਵੀ ਤੇਰੇ ਹੀ ਸਵਾਰੇ ਹੋਏ ਹਨ, ਉਹ ਵੀ ਤੇਰੇ ਹੀ ਸ਼ੋਭਨੀਕ ਕੀਤੇ ਹੋਏ ਹਨ, ਉਹ ਵੀ ਤੇਰੇ ਗੁਣ ਗਾ ਰਹੇ ਹਨ। ਇਹ ਪਰਿਪੂਰਨ ਪਰਮਾਤਮਾ, ਇਹ ਸਾਰੀ ਸ੍ਰਿਸ਼ਟੀ ਜੋ ਹੈ ਉਹ ਤੇਰੇ ਗੁਣ ਗਾ ਰਹੀ ਹੈ। ਉਸ ਪਰਿਪੂਰਨ ਪਰਮਾਤਮਾ ਦੇ ਗੁਣ ਹਰ ਵੇਲੇ ਗਾਉਣੇ ਚਾਹੀਦੇ ਹਨ, ਉਸ ਨੂੰ ਹਰ ਵੇਲੇ ਅੰਗ ਸੰਗ ਹੀ ਰੱਖਣਾ ਚਾਹੀਦਾ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ।
गुरबाणी बहुत महंगी है, बड़ी उच्ची बड़ी सुच्ची है, मत थोड़ी है। परमात्मा जो किरपा करके बुलाਉਂਦਾ है ਉਹੀ बोल सकते हाँ। उस गुरु की बाणी ਦੇ ਵਿੱਚੋਂ जो भी कोई शब्द ਹਿਰਦੇ ਨੂੰ ਪ੍ਰਵਾਨ ਹੋਵੇ, ਜਿਸ ਦੇ ਵਿੱਚੋਂ ਸਾਨੂੰ ਕੋਈ ਆਪਣੇ ਜੀਵਨ ਦੇ ਵਿੱਚ ਅੰਮ੍ਰਿਤ ਰੂਪੀ ਖਾਣ ਦਿਸਦੀ ਹੋਵੇ, ਉਸ ਨੂੰ ਆਪਣੇ ਹਿਰਦੇ ਦੇ ਵਿੱਚ ਜ਼ਰੂਰ ਵਸਾ ਕੇ ਲੈ ਜਾਣਾ। ਕਿਉਂਕਿ ਅਸੀਂ ਜੋ ਸੰਸਾਰ ਦੇ ਵਿੱਚ ਦੇਖ ਕੇ ਕੁਝ ਨਹੀਂ ਕਰਨਾ ਹੈ, ਜੋ ਚੀਜ਼ ਸਾਡੇ ਜੀਵਨ ਨੂੰ ਬਦਲਦੀ ਹੈ, ਅਸੀਂ ਰੰਗਾਂ ਦੇ ਵਿੱਚ ਨਹੀਂ ਪੈਣਾ। ਆਪਣੇ ਜੀਵਨ ਨੂੰ ਬਦਲਣ ਦੇ ਲਈ ਉਹੀ ਪਰਿਪੂਰਨ ਪਰਮਾਤਮਾ ਦੀ ਜੋ ਗੁਰਬਾਣੀ ਹੈ ਉਹ ਸਾਡੇ ਕੰਮ ਆ ਸਕਦੀ ਹੈ। ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਸੀਂ ਕੀ ਸੋਚਦੇ ਹਾਂ, ਇੱਕ ਸਮੱਸਿਆ ਖਤਮ ਹੋ ਗਈ ਦੂਸਰੀ ਖੜੀ ਹੋ ਗਈ। ਕਈ ਵਾਰੀ ਇਹ ਸੋਚਦੇ ਹਾਂ ਅਸੀਂ ਆਪਣੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਕੇ ਫਿਰ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲਵਾਂਗੇ। ਫਿਰ ਉਹ ਚਲੇ ਜਵਾਰੀ ਦੋਏ ਹੱਥ ਚਾਰ। ਫਿਰ ਅਸੀਂ ਉਸ ਸਮੱਸਿਆਵਾਂ ਨੂੰ ਉਲਝਾਉਂਦੇ ਹੋਏ ਉਸ ਜਵਾਰੀ ਦੀ ਤਰ੍ਹਾਂ, ਹੱਥ ਹਾਰੇ ਹੋਏ ਜਵਾਰੀ ਦੀ ਤਰ੍ਹਾਂ ਹੱਥ ਝਾੜ ਕੇ ਚਲੇ ਜਾਵਾਂਗੇ, ਕੁਝ ਵੀ ਹੱਥ ਨਹੀਂ ਆਉਣਾ। ਇਸ ਲਈ ਜੋ ਵੀ ਪਲ ਹੈ, ਜੋ ਵੀ ਸਵਾਸ ਹੈ, ਉਹਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਇਸ ਤਰ੍ਹਾਂ ਪਰੋ ਲਓ। ਤੁਸੀਂ ਕਿਸੇ ਨਾਲ ਗੱਲ ਵੀ ਕਰਦੇ ਹਾਂ, ਤੁਹਾਡਾ ਚਿੱਤ ਹਰੀ ਦੇ ਵਿੱਚ ਹੋਵੇ। ਤੁਸੀਂ ਕਿਸੇ ਨੂੰ ਦੇਖਦੇ ਹੋ, ਤੁਸੀਂ ਉਸ ਦਾ ਰੂਪ ਉਸ ਨੂੰ ਸਮਝੋ। ਇਹ ਗੁਰੂ ਸਾਹਿਬ ਦੀ ਗੁਰਬਾਣੀ। ਜਪਜੀ ਸਾਹਿਬ, ਜੇ ਗੁਰੂ ਸਾਹਿਬ ਚਾਹੁੰਦੇ ਤੇ ਜਪਜੀ ਸਾਹਿਬ ਦੀ ਬਾਣੀ ਕਾਫੀ ਸੀ, ਪਰ ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਦੀ ਵਿਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕੀਤੀ। ਅੱਗੇ ਤੋਂ ਅੱਗੇ ਬਾਣੀਆਂ ਦੇ ਵਿੱਚ ਉਹਦੀ ਵਿਆਖਿਆ ਕਰਦੇ। ਗੁਰੂ ਸਾਹਿਬ ਨੇ ਦਸਮ ਗ੍ਰੰਥ ਦੇ ਵਿੱਚ ਵੀ ਵਿਆਖਿਆ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ। ਇਹਦਾ ਮਤਲਬ ਇਹੀ ਹੈ ਕਿ ਇਸ ਨੂੰ ਇਤਨਾ ਸਰਲ ਕਰ ਦਿਓ ਕਿ ਇੱਕ ਆਮ ਆਦਮੀ ਵੀ ਪੜ੍ਹੇ, ਉਹ ਇਸ ਨੂੰ ਪੜ੍ਹ ਕੇ ਇਸ ਨੂੰ ਸਮਝ ਲਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਕ੍ਰਿਤ ਦੀ ਬਾਣੀ ਲਿਖੀ ਸੀ, ਉਦੋਂ ਦੇ ਧਰਮ ਜਿਹੜੇ ਸਨ, ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਬਹੁਤ ਸਿੱਧੀ ਜਿਹੀ ਗੱਲ ਲਿਖਦੇ ਹਨ, ਇਹਨਾਂ ਨੂੰ ਕੋਈ ਗਿਆਨ ਨਹੀਂ ਹੈ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਸਕ੍ਰਿਤ ਦੀ ਬਾਣੀ ਉਚਾਰੀ ਸੀ ਕਿ ਇਹ ਨਾ ਕਿਤੇ ਸਮਝ ਲੈਣ ਕਿ ਇਹਨਾਂ ਨੂੰ ਗਿਆਨ ਨਹੀਂ ਹੈ। ਗਿਆਨ ਸਾਰਾ ਹੈ, ਪਰ ਅਸੀਂ ਉਸ ਗਿਆਨ ਦਾ ਕੀ ਫਾਇਦਾ ਜਿਹੜਾ ਕਿਸੇ ਦੀ ਸਮਝ ਦੇ ਵਿੱਚ ਹੀ ਨਾ ਆਵੇ। ਅਸੀਂ ਵੱਡੇ ਵੱਡੇ ਸ਼ਬਦ ਬੋਲ ਜਾਈਏ, ਉਹਦਾ ਕਿਸੇ ਨੂੰ ਸਮਝ ਹੀ ਨਾ ਆਵੇ, ਉਹ ਕਿਸ ਕੰਮ ਹੈ। ਇਸੇ ਲਈ ਗੁਰੂ ਅਰਜਨ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਰੇ ਗੁਰੂ ਸਾਹਿਬਾਨ ਨੇ ਜੋ ਬਾਣੀ ਲਿਖੀ ਹੈ ਉਸ ਨੂੰ ਇਤਨਾ ਸਰਲ ਕੀਤਾ ਹੈ ਕਿ ਇੱਕ ਬੱਚਾ ਵੀ ਧਿਆਨ ਨਾਲ ਪਵੇ ਤੇ ਉਹਦੇ ਪੱਲੇ ਕੋਈ ਨਾ ਕੋਈ ਇੱਕ ਅੱਧੀ ਗੱਲ ਜ਼ਰੂਰ ਪੈ ਜਾਵੇਗੀ। ਇਹ ਗੁਰਬਾਣੀ ਜਿਤਨੀ ਸਰਲ ਲੱਗਦੀ ਹੈ ਨਹੀਂ ਹੈ। ਜਦੋਂ ਅਸੀਂ ਕਿਸੇ ਚੀਜ਼ ਦੀ ਡੂੰਘਾਈ 'ਚ ਜਾਂਦੇ ਹਾਂ, ਹੋਰ ਵੀ ਡੂੰਘੀ ਹੋ ਜਾਂਦੀ ਹੈ। ਪਰ ਜੀਵਨ ਦੇ ਵਿੱਚ ਸਮਝਣ ਦੇ ਲਈ ਇਸ ਸਿੰਪਲ ਜਿਹੜੀ ਭਾਸ਼ਾ ਗੁਰੂ ਸਾਹਿਬ ਨੇ ਵਰਤੀ ਹੈ, ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ ਜਿਹੜੀ ਵਰਤੀ ਹੈ, ਇਹ ਬਹੁਤ ਸਰਲ ਵਰਤੀ ਹੈ ਤਾਂ ਕਿ ਹਰ ਇੱਕ ਇਨਸਾਨ ਇਸ ਨੂੰ ਸਮਝ ਸਕੇ। ਇਹਦੇ ਵਿੱਚ ਗਿਆਨ ਬਹੁਤ ਹੈ, ਸਾਨੂੰ ਲੈਣ ਦੀ ਲੋੜ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਦਾਸ ਕੋਲੋਂ ਹਜ਼ਾਰਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਰਦਾਸ ਕਰਨੀ ਉਸ ਪਿਤਾ ਅੱਗੇ, ਇਸ ਮਤਹੀਨ ਨੂੰ ਮਤ ਬਖਸ਼ੇ, ਮੇਰ ਭਰਿਆ ਸਿਰ ਤੇ ਹੱਥ ਰੱਖੇ ਤਾਂ ਕਿ ਗੁਰੂ ਦੇ ਸ਼ਬਦਾਂ ਦੀ ਸਾਂਝ ਸੰਗਤ ਦੇ ਨਾਲ ਕਰ ਸਕੀਏ, ਆਪ ਦੇ ਜੋੜੇ ਚਾਰ ਸਕੀਏ, ਆਪ ਦੀ ਜੋ ਚਰਨਾਂ ਦੀ ਧੂੜੀ ਹੈ ਉਸ ਨੂੰ ਮਸਤਕ ਤੇ ਲਾ ਸਕੀਏ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਜੋ ਸ਼ਬਦ ਗੁਰੂ ਦਾ ਹਿਰਦੇ ਵਿੱਚ ਵਸਿਆ ਹੋਵੇ ਉਸ ਨੂੰ ਲੈ ਜਾਣਾ। ਮੇਰੀ ਮੂਰਖਤਾ ਇੱਥੇ ਛੱਡ ਜਾਣੀ, ਮੇਰੀ ਝੋਲੀ 'ਚ ਪਾ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ, ਉਸ ਨੂੰ ਆਪ ਹੋ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਨਾਦ ਪ੍ਰਸਾਦ।